तो आ गई है जी ਲੀਗਲ ਮੈਟਰਸ ਵਿਦ ਸਿੰਘ ਐਂਡ ਸਿੰਘ ਲਾਅ PLLC ਔਰ ਇੱਥੇ ਜਿਹੜੀ ਤੁਹਾਨੂੰ ਐਡਵਾਈਸ ਮਿਲਦੀ ਹੈ ਉਹ ਤੁਸੀਂ ਆਪਣੇ ਲਾਇਰ ਤੋਂ ਜਿਹੜਾ ਪੁੱਛਦੇ ਹੋ ਜਾ ਕੇ ਸਪੈਸ਼ਲੀ, ਪਰ ਤੁਹਾਨੂੰ ਇੱਥੇ ਜਸ ਪੰਜਾਬੀ ਦੇ ਉੱਤੇ ਮਿਲ ਜਾਂਦੀ ਹੈ। ਕੋਈ ਵੀ ਤੁਹਾਡਾ ਲੀਗਲ ਮੈਟਰ ਹੈ ਉਹਦੀ ਜਾਣਕਾਰੀ ਅੱਜ ਵੀ ਅਸੀਂ ਤੁਹਾਨੂੰ ਦੇਵਾਂਗੇ। ਐਂਡ ਲੈ ਕੇ ਚੱਲਦੇ ਹਾਂ ਸਿੱਧਾ ਤੁਹਾਨੂੰ ਅਸੀਂ ਪੰਜਾਬ ਐਵੀਨਿਊ, ਪੰਜਾਬ ਦੇ ਧੜਕਣਾ ਦੇ ਵਿੱਚ, ਜਿਹਨੂੰ ਲਿਟਲ ਪੰਜਾਬ ਕਿਹਾ ਜਾਂਦਾ ਹੈ, ਰਿਚਮੰਡ ਹਿਲ, ਜਿੱਥੇ ਸਿੰਘ ਐਂਡ ਸਿੰਘ ਲਾਅ PLLC ਦਾ ਜਿਹੜਾ ਆਫਿਸ ਹੈ ਮੌਜੂਦ ਹੈ। ਅਟਾਰਨੀ ਹਰਪ੍ਰੀਤ, ਅਟਾਰਨੀ ਰਮਨਦੀਪ ਸਾਡੇ ਨਾਲ ਮੌਜੂਦ ਹਨ। ਜਾਣਦੇ ਹਾਂ ਕਿ ਕੀ ਕੁਝ ਇਮੀਗ੍ਰੇਸ਼ਨ ਅਪਡੇਟਸ ਆਈਆਂ ਹਨ, ਜੋ ਬਾਈਡਨ ਗਵਰਨਮੈਂਟ ਜਿਹੜੀ ਹੈ ਇਮੀਗ੍ਰੇਸ਼ਨ ਨੂੰ ਲੈ ਕੇ ਕੀ ਕੁਝ ਨਵੀਆਂ ਤਬਦੀਲੀਆਂ ਲੈ ਕੇ ਆ ਰਹੀ ਹੈ, ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਤੁਹਾਡਾ ਗ੍ਰੀਨ ਕਾਰਡ ਹੈ ਉਹਦਾ ਸੁਪਨਾ ਪੂਰਾ ਹੁੰਦਾ ਹੈ ਜਾਂ ਨਹੀਂ, ਇਹ ਜਾਣਾਂਗੇ ਇਸ ਪ੍ਰੋਗਰਾਮ ਦੇ ਤਹਿਤ। Let me welcome Attorney Harpreet and Attorney Ramandeep in the show. ਦੋਵਾਂ ਦਾ ਸਵਾਗਤ ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੋ ਜਿਵੇਂ ਕਿ ਸਾਡੇ ਦੋਵੇਂ ਵਕੀਲ ਜਿਹੜੇ ਨੇ ਉਹ ਘਰ 'ਚ ਨੇ, ਔਰ ਅੱਜ ਮੈਂ ਵੀ ਘਰ 'ਚ ਹਾਂ, ਤੇ ਅਸੀਂ ਸਕਾਈਪ ਰਾਹੀਂ ਜਿਹੜਾ ਹੈਗਾ ਤੁਹਾਡੇ ਸਾਹਮਣੇ ਇਸ ਪ੍ਰੋਗਰਾਮ ਨੂੰ ਰੱਖ ਰਹੇ ਹਾਂ। ਸਭ ਤੋਂ ਪਹਿਲਾ ਸਵਾਲ ਅਟਰਨੀ ਰਮਨਦੀਪ ਹੋਰਾਂ ਨੂੰ। ਅਟਰਨੀ ਰਮਨਦੀਪ, ਕੀ ਕੁਝ ਸੁਰਖੀਆਂ ਹਨ? What are the current affairs when it comes to immigration? ਹਾਂਜੀ, ਆਪਣੇ ਸਾਰੇ ਵਿਊਅਰਸ ਨੂੰ ਸਤਿ ਸ਼੍ਰੀ ਅਕਾਲ। ਸੋ ਇੱਕ ਇਮੀਗ੍ਰੇਸ਼ਨ ਅਪਡੇਟ ਜਿਹੜੀ ਆਈ ਆ ਲਾਸਟ ਵੀਕ ਦੇ ਵਿੱਚ, ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਸੀਗਾ ਉਹ ਕਾਫੀ ਪ੍ਰੈਸ਼ਰ ਪਾ ਰਿਹਾ ਸੀ ਇਮੀਗ੍ਰੇਸ਼ਨ ਜੱਜਸ ਦੇ ਉੱਪਰ ਕਿ ਜਿਹੜੇ ਕੇਸਿਸ ਆ ਸਿਸਟਮ ਦੇ ਵਿੱਚ ਉਹਨਾਂ ਨੂੰ ਕੁਇਕਲੀ ਡਿਸਪੋਜ਼ ਕਰਨ। ਸੋ ਜਿਹੜਾ ਡਾਕਟ ਸੀਗਾ ਜੱਜਸ ਦਾ, ਉਹਨਾਂ ਨੂੰ ਕਹਿ ਰਹੇ ਸੀ ਕਿ ਜ਼ਿਆਦਾ ਤੋਂ ਜ਼ਿਆਦਾ ਕੇਸਿਸ ਤੁਸੀਂ ਐਡਜੂਡੀਕੇਟ ਕਰੋ। ਐਂਡ ਉਹਦਾ ਇੱਕ ਬੇਸਿਕਲੀ ਉਹਦਾ ਰਿਜ਼ਲਟ ਇਹ ਆ ਰਿਹਾ ਸੀਗਾ ਕਿ ਜਿਹੜਾ ਅਟੈਂਸ਼ਨ ਕੇਸ ਦੇ ਵਿੱਚ ਮਿਲਣਾ ਚਾਹੀਦਾ ਵਾ ਹਰ ਇੱਕ ਕੇਸ ਨੂੰ, ਉਹ ਨਹੀਂ ਮਿਲ ਰਿਹਾ ਸੀ। ਸੋ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਹੁਣ ਜਿਹੜਾ ਕੋਟਾ ਸਿਸਟਮ ਆ ਉਹ ਥੋੜ੍ਹਾ ਚੇਂਜ ਕਰਤਾ ਵਾ। ਐਂਡ ਜੱਜਸ ਤੇ ਮਤਲਬ ਕੋਈ ਮਿਨੀਮਮ ਨੰਬਰ ਨਹੀਂ ਗਾ ਰਿਹਾ ਹੁਣ ਜੱਜਸ ਦੇ ਕਿ ਇੱਕ ਸਾਲ ਦੇ ਵਿੱਚ ਤੁਸੀਂ ਇੰਨੇ ਕੇਸਿਸ ਡੈਫੀਨੇਟਲੀ ਕਰਨੇ ਆ। ਸੋ ਜੱਜਸ ਕੈਨ ਗੋ ਬੈਕ ਟੂ ਯੂਜ਼ਿੰਗ ਦੇਅਰ ਡਿਸਕ੍ਰੈਸ਼ਨ ਕਿ ਕੇਸ ਕਿੱਦਾਂ ਅੱਗੇ ਵਧਣਾ ਚਾਹੀਦਾ ਵਾ, ਕਿਸ ਸਪੀਡ ਨਾਲ ਵਧਣਾ ਚਾਹੀਦਾ ਵਾ, ਫੁੱਲੀ ਬਰੀਫ ਹੋਣਾ ਚਾਹੀਦਾ ਵਾ। ਸੋ ਦੈਟਸ ਅ ਬਿਗ ਚੇਂਜ। ਐਂਡ ਦੈਨ ਆਪਾਂ ਕਾਫੀ ਦੇਰ ਤੋਂ ਤੁਹਾਨੂੰ ਪਤਾ ਹੀ ਆ ਇੱਕ ਬਜਟ ਬਿੱਲ ਸੀਗਾ ਜਿਹੜਾ ਰੀਕਨਸੀਲੀਏਸ਼ਨ, ਉਹਨੂੰ ਫਾਲੋ ਕਰ ਰਹੇ ਸੀਗੇ। ਐਂਡ ਉਹਦੀ ਲੇਟੈਸਟ ਅਪਡੇਟ ਇਹ ਆਈ ਆ ਕਿ ਜਿਹੜਾ ਲੇਟੈਸਟ ਨੰਬਰ ਆ ਖੁਦ ਪ੍ਰੈਜ਼ੀਡੈਂਟ ਬਾਈਡਨ ਨੇ ਨੈਗੋਸ਼ੀਏਟ ਕੀਤਾ ਵਾ ਜਿਹੜੇ ਸੈਨੇਟਰਸ ਆ ਡੈਮੋਕ੍ਰੈਟਿਕ ਉਹਨਾਂ ਨਾਲ। ਐਂਡ 1.75 ਟ੍ਰਿਲੀਅਨ ਲੇਟੈਸਟ ਨੰਬਰ ਆ ਜਿਹੜਾ ਸੁਣਿਆ ਵਾ ਆਪਾਂ। ਐਂਡ ਅਨਫੋਰਚੂਨੇਟਲੀ ਉਹ 'ਚ ਕਾਫੀ ਕੱਟ ਬੈਕ ਕਰਨਾ ਪਿਆ ਵਾ ਕਿਉਂਕਿ ਓਰੀਜਨਲੀ 3.5 ਅਰਾਊਂਡ ਦੇਅਰ ਨੰਬਰ ਸੀਗਾ ਜਿਹੜਾ। ਸੋ ਤੈਨੂੰ ਪਤਾ ਹੀ ਆ ਪੋਲੀਟਿਕਸ ਦੇ ਵਿੱਚ ਨੈਗੋਸ਼ੀਏਸ਼ਨ ਵਗੈਰਾ ਚੱਲਦੀ ਆ ਬਿੱਲ ਜਦੋਂ ਪਾਸ ਹੁੰਦਾ ਵਾ। ਐਂਡ ਐਜ਼ ਆਫ ਦਿਸ ਮਾਰਨਿੰਗ ਉਹ 'ਚ ਲੱਗ ਰਿਹਾ ਵਾ ਕਿ ਕਾਫੀ ਇਮੀਗ੍ਰੇਸ਼ਨ ਰਿਲੇਟਡ ਜਿਹੜੇ ਮੈਟਰ ਸੀਗੇ ਉਹ ਵੀ ਕੱਟ ਕਰਨੇ ਪਏ ਆ ਅਨਫੋਰਚੂਨੇਟਲੀ। ਸੋ ਦੀ ਓਨਲੀ ਪ੍ਰੋਵੀਜ਼ਨ ਜਿਹੜਾ ਹਜੇ ਤੱਕ ਰਿਵੀਲ ਹੋਇਆ ਵਾ ਇਮੀਗ੍ਰੇਸ਼ਨ ਬਾਰੇ, ਉਹ ਇੱਕ ਗ੍ਰੈਂਟ ਹੁੰਦੇ ਆ ਸਕੂਲ ਦੇ ਵਿੱਚ ਜਿਹੜੇ ਕਾਲਜਿਸ 'ਚ ਯੂਜ਼ ਹੁੰਦੇ ਆ ਕਿ ਉਹਨਾਂ ਨੂੰ ਐਕਸਪੈਂਡ ਕੀਤਾ ਜਾਊਗਾ ਈਵਨ ਫੋਰ ਡਰੀਮਰਸ ਜਿਹੜੇ ਆ। ਸੋ ਉਹ ਵੀ ਕੁਆਲੀਫਾਈ ਕਰਨਗੇ। ਫਿਲਹਾਲ ਉਹਦੇ ਤੋਂ ਇਲਾਵਾ ਹਜੇ ਇਮੀਗ੍ਰੇਸ਼ਨ ਬਾਰੇ ਉਹ 'ਚ ਫਾਈਨਲ ਕੀ ਆ ਜਿਹੜਾ ਆਪਾਂ ਨੂੰ ਨਹੀਂ ਪਤਾ ਲੱਗਾ ਇਸ ਟਾਈਮ ਤੇ। ਹੋਪਫੁਲੀ ਨੈਕਸਟ ਵੀਕ ਤੱਕ ਬਿੱਲ ਆਲਰੇਡੀ ਵੋਟ ਹੋ ਚੁੱਕਾ ਹੋਊਗਾ ਐਂਡ ਆਪਾਂ ਤੁਹਾਨੂੰ ਫਿਰ ਅਪਡੇਟ ਕਰਾਂਗੇ। ਓਕੇ, ਥੈਂਕ ਯੂ ਅਟਰਨੀ ਰਮਨਦੀਪ। ਅਟਰਨੀ ਹਰਪ੍ਰੀਤ, ਕੀ ਅਪਡੇਟਸ ਨੇ ਟਰੈਵਲ ਟੂ ਇੰਡੀਆ ਐਂਡ US? ਹਾਂਜੀ, ਬੇਸਿਕਲੀ US ਨੇ ਅਨਾਉਂਸ ਕਰਤਾ ਕਿ ਨਵੰਬਰ 8 ਤੋਂ ਜਿਹੜੇ ਫੋਰਨ ਸਿਟੀਜ਼ਨ ਆ ਜੇ ਫੁੱਲੀ ਵੈਕਸੀਨੇਟਡ ਆ, ਮੀਨਿੰਗ ਦੇ ਹੈਵ ਬੋਥ ਸ਼ਾਟਸ, ਤੇ ਉਹ ਟਰੈਵਲ ਕਰ ਸਕਦੇ US ਨੂੰ। ਤੇ ਇੰਡੀਆ ਨੇ ਵੀ ਅਨਾਉਂਸ ਕੀਤਾ ਕਿ ਜਿਹਨਾਂ ਟੂਰਿਸਟ ਵੀਜ਼ਾ ਵਾ ਨਵੰਬਰ 15 ਤੋਂ ਜੇ ਫੁੱਲੀ ਵੈਕਸੀਨੇਟਡ ਦੇ ਕੈਨ ਟਰੈਵਲ ਟੂ ਇੰਡੀਆ। ਬਿਲਕੁਲ। ਸੋ ਜੇ ਤੁਸੀਂ ਫੁੱਲੀ ਵੈਕਸੀਨੇਟਡ ਹੋ ਤਾਂ ਤੁਸੀਂ ਟਰੈਵਲ ਕਰ ਸਕਦੇ ਹੋ। 9294605070 ਤੇਰੀ ਜਾਣਕਾਰੀ ਲਈ ਤੁਸੀਂ ਇਸ ਨੰਬਰ ਤੇ ਕਾਲ ਕਰ ਸਕਦੇ ਹੋ। ਫ੍ਰੀ ਪਰਸਨਲ ਕੰਸਲਟੇਸ਼ਨ ਜਿਹੜੀ ਹੈ ਤੁਹਾਨੂੰ ਬਕਾਇਦਾ ਦਿੱਤੀ ਜਾਏਗੀ। ਤੇ ਨਾਲ ਹੀ ਕ੍ਰਿਮੀਨਲ ਲਾਅ ਦੀ ਗੱਲ ਹੁੰਦੀ ਹੈ, ਤੁਹਾਨੂੰ ਪਤਾ ਹੈ ਕਿ ਕਈ ਸਾਰੀਆਂ ਜਿਹੜੇ ਕੇਸਿਸ ਨੇ ਉਹ ਅਸੀਂ ਆਲ ਓਵਰ ਅਮਰੀਕਾ ਦੇ ਵਿੱਚ ਸੁਣ ਚੁੱਕੇ ਹਾਂ। ਪਰ ਜਦ ਗੱਲ ਖਾਸ ਤੌਰ ਤੇ ਨਿਊਯਾਰਕ ਦੀ ਹੁੰਦੀ ਹੈ, ਔਰ ਨਿਊਯਾਰਕ ਦੇ ਵਿੱਚ ਸਭ ਤੋਂ ਜ਼ਿਆਦਾ ਕੇਸਿਸ ਅਗਰ ਕ੍ਰਿਮੀਨਲ ਦੇ ਵਿੱਚ ਸਾਡੇ ਪੰਜਾਬੀਆਂ ਦੇ ਲਈ ਖਾਸ ਤੌਰ ਦੇ ਅਗਰ ਆਉਂਦੇ ਹਨ ਤਾਂ ਉਹ ਡਰਿੰਕ ਐਂਡ ਡਰਾਈਵ ਦਾ ਮਸਲਾ ਜਿਹੜਾ ਸਭ ਤੋਂ ਵੱਡਾ ਹੈ। ਜੇਕਰ ਤੁਸੀਂ ਵੀ ਡਰਿੰਕ ਐਂਡ ਡਰਾਈਵ ਇਸ ਕ੍ਰਿਮੀਨਲ ਲਾਅ ਦੇ ਤਹਿਤ
गलती कर चुके हो या ਤੁਹਾਡੇ ਤੋਂ अनजाने ਚ गलती हो चुकी है। ਵੈਸੇ ਅਣਜਾਣੇ ਚ ਤਾਂ ਕੋਈ ਗਲਤੀ ਕਰਦਾ ਨਹੀਂ ਕਿਉਂਕਿ ਉਹ ਲਾਅ ਉਹਨੂੰ ਇਜਾਜ਼ਤ ਨਹੀਂ ਦਿੰਦਾ, ਪਰ ਫਿਰ ਵੀ ਅਗਰ ਕੋਈ ਤੁਹਾਡੀ ਪ੍ਰੋਬਲਮ ਹੋ ਚੁੱਕੀ ਹੈ ਔਰ ਤੁਹਾਡਾ ਲਾਇਸੈਂਸ ਜਿਹੜਾ ਹੈ ਉਹ ਜ਼ਬਤ ਹੋ ਗਿਆ ਹੈ ਔਰ ਲਾਇਸੈਂਸ ਰਿਵੋਕ ਹੋ ਗਿਆ ਤੇ ਤੁਸੀਂ ਉਹਨੂੰ ਕਿਸ ਤਰੀਕੇ ਨਾਲ ਫਾਈਟ ਕਰਕੇ ਹਾਊ ਯੂ ਕੈਨ ਗੈਟ ਯੂਰ ਲਾਇਸੈਂਸ ਬੈਕ ਐਂਡ ਕਿਵੇਂ ਤੁਸੀਂ ਉਸ ਦੇ ਉੱਤੇ ਕੰਮ ਕਰ ਸਕਦੇ ਹੋ ਔਰ ਸਸਪੈਂਡ ਲਾਇਸੈਂਸ ਨੂੰ ਜਾਂ ਫਿਰ ਤੁਹਾਡੀ ਅਰੈਸਟ ਵੀ ਜੇਕਰ ਤੁਸੀਂ ਹੋਏ ਹੋ ਤਾਂ ਕਿਵੇਂ ਉਹ ਮਸਲਾ ਠੀਕ ਕੀਤਾ ਜਾ ਸਕਦਾ ਹੈ। ਅਟਾਰਨੀ ਰਮਨਦੀਪ ਹੋਰੀ ਇਸ ਬਾਰੇ ਜਾਣਕਾਰੀ ਦੇਣ। ਜੀ ਆਪਾਂ ਇੱਕ ਵਾਰੀ ਫਿਰ ਵਿਊਅਰਸ ਨੂੰ ਆਪਾਂ ਰਿਮਾਈਂਡ ਕਰਾ ਦਈਏ ਕਿ DWI ਕਾਫੀ ਸੀਰੀਅਸ ਅਫੈਂਸ ਹੈ, ਸੋ ਡੈਫੀਨਿਟਲੀ ਇਹਨੂੰ ਅਵੋਇਡ ਕਰੋ ਅਗਰ ਤੁਸੀਂ ਕਰ ਸਕਦੇ ਹੋ। ਅਗਰ ਤੁਸੀਂ ਅਰੈਸਟ ਹੋ ਜਾਂਦੇ ਹੋ DWI ਕੇਸ ਦੇ ਵਿੱਚ ਤੇ ਅਲਾਟ ਆਫ ਕੇਸਿਸ ਦੇ ਵਿੱਚ ਜਾਂ ਸਸਪੈਂਸ਼ਨ ਆਟੋਮੈਟਿਕ ਹੋ ਜਾਂਦੀ ਹੈ, ਜੱਜ ਅਰੇਂਜਮੈਂਟ ਦੇ ਉੱਤੇ ਤੁਹਾਡਾ ਲਾਇਸੈਂਸ ਸਸਪੈਂਡ ਕਰ ਦਿੰਦਾ ਵਾ। ਐਂਡ ਅਗਰ ਤੁਹਾਨੂੰ ਲਾਇਸੈਂਸ ਦੀ ਜ਼ਰੂਰਤ ਹੈ ਜੌਬ ਦੇ ਲਈ ਜਾਂ ਜੌਬ ਤੱਕ ਪਹੁੰਚਣ ਲਈ, ਫਿਰ ਥੋੜੀ ਮੁਸ਼ਕਿਲ ਆ ਸਕਦੀ ਹੈ। ਅਗਰ ਤੁਸੀਂ ਜੌਬ ਤੇ ਜਾਣ ਲਈ ਲਾਇਸੈਂਸ ਤੁਹਾਨੂੰ ਚਾਹੀਦਾ ਵਾ ਡਰਾਈਵਿੰਗ ਫਰਮ ਐਂਡ ਟੂ ਵਰਕ, ਉਹਦੇ ਲਈ ਇੱਕ ਹਾਰਡਸ਼ਿਪ ਹੀਅਰਿੰਗ ਤੁਸੀਂ ਰਿਕੁਐਸਟ ਕਰ ਸਕਦੇ ਹੋ ਜੱਜ ਕੋ। ਐਂਡ ਅਗਰ ਤੁਸੀਂ ਹਾਰਡਸ਼ਿਪ ਹੀਅਰਿੰਗ 'ਚ ਪ੍ਰਵੇਲ ਹੋ ਜਾਂਦੇ ਹੋ, ਤੁਹਾਡੇ ਸਾਈਡ ਤੇ ਰੂਲਿੰਗ ਹੋ ਜਾਂਦੀ ਹੈ, ਤੁਸੀਂ ਫਿਰ ਤੁਹਾਨੂੰ ਲਾਇਸੈਂਸ ਮਿਲ ਜਾਂਦਾ ਵਾ, ਪਰ ਸਿਰਫ ਪਰਮਿਸ਼ਨ ਮਿਲਦੀ ਆ ਕਿ ਤੁਸੀਂ ਜੌਬ ਤੱਕ ਜਾਣ ਲਈ ਤੁਸੀਂ ਡਰਾਈਵ ਕਰ ਸਕਦੇ ਹੋ। ਜੌਬ ਲਈ ਨਹੀਂ ਤੁਸੀਂ ਡਰਾਈਵ ਕਰ ਸਕਦੇ। ਅਗਰ ਤੁਸੀਂ ਲੈਟਸ ਸੇ ਉਬਰ ਚਲਾ ਰਹੇ ਹੋ, ਹਾਰਡਸ਼ਿਪ ਹੀਅਰਿੰਗ ਤੋਂ ਬਾਅਦ ਤੁਸੀਂ ਉਬਰ ਨਹੀਂ ਚਲਾ ਸਕਦੇ ਉਸ ਲਾਇਸੈਂਸ ਤੇ, ਉਹਦੇ ਲਈ ਤੁਹਾਨੂੰ ਕੰਡੀਸ਼ਨਲ ਲਾਇਸੈਂਸ ਇੱਕ ਹੁੰਦਾ ਵਾ, ਉਹ ਅਪਲਾਈ ਕਰਨਾ ਪਊਗਾ। ਉਹ DMV ਦੇ ਥਰੂ ਤੁਹਾਨੂੰ ਦੁਬਾਰਾ ਹੀਅਰਿੰਗ ਕਰਨੀ ਪੈਂਦੀ ਆ, ਜਿਹੜੀ ਕਾਫੀ ਮੁਸ਼ਕਿਲ ਹੁੰਦੀ ਹੈ ਜਿੱਤਣੀ। ਸੋ ਦ ਬੈਸਟ ਥਿੰਗ ਇਜ਼ ਕਿ DWI ਇਹੋ ਜਿਹੇ ਅਫੈਂਸਿਸ ਜਿਹੜੇ ਆ ਉਹਨਾਂ ਨੂੰ ਅਵੋਇਡ ਕਰੋ। ਤੁਸੀਂ ਅਗਰ ਡਰਿੰਕ ਕਰ ਰਹੇ ਹੋ ਡਰਾਈਵ ਨਾ ਕਰੋ। ਹੋਰ ਕੁਛ ਈਦਰ ਫੈਮਿਲੀ ਮੈਂਬਰਸ ਨੂੰ ਕਹੋ ਮੈਨੂੰ ਪਿਕਅਪ ਕਰ ਲੈਣ, ਜਾਂ ਅੱਜ ਕੱਲ੍ਹ ਉਬਰ ਇਜ਼ ਈਜ਼ੀਲੀ ਅਵੇਲੇਬਲ। ਸੋ ਡੈਫੀਨਿਟਲੀ ਪ੍ਰੀਵੈਂਸ਼ਨ ਜਿਹੜੀ ਹੈ ਬੈਸਟ ਕੋਰਸ ਹੈ ਇਸ ਟਾਈਮ ਤੇ। ਬਿਲਕੁਲ। ਇਮੀਗ੍ਰੇਸ਼ਨ ਦੀ ਗੱਲ ਕਰ ਲਈਏ, ਮੁੱਢੋਂ ਅਟਾਰਨੀ ਹਰਪ੍ਰੀਤ ਜ਼ਰੂਰ ਜਾਣਕਾਰੀ ਦੇਵੋ, ਕਿਸੇ ਨੇ ਆਪਣੇ ਬ੍ਰਦਰ ਨੂੰ ਸਪਾਂਸਰ ਕਰਨਾ ਹੋਏ ਇੰਡੀਆ ਤੋਂ ਉਹ ਕਿਵੇਂ ਕਰ ਸਕਦੇ ਆ? ਹਾਂਜੀ, ਜਿਹੜੇ ਸਿਬਲਿੰਗਸ ਹੁੰਦੇ ਆ, ਬ੍ਰਦਰ ਸਿਸਟਰ, ਉਹ F4 ਕੈਟੇਗਰੀ 'ਚ ਆਉਂਦੇ। ਉਹ ਲਈ ਅਪਲਾਈ ਕਰਨ ਨੂੰ ਫੋਰਮ I-130 ਭੇਜਣਾ ਪੈਂਦਾ USCIS ਨੂੰ। USCIS ਦੇਖਣਾ ਚਾਹੁੰਦੇ ਕਿ ਤੁਹਾਡਾ ਐਕਚੁਅਲ ਰਿਲੇਸ਼ਨਸ਼ਿਪ ਹੈਗਾ, ਸਿਬਲਿੰਗ ਰਿਲੇਸ਼ਨਸ਼ਿਪ। ਯੂਜਲੀ ਇਹ ਪ੍ਰੂਵ ਹੋ ਸਕਦਾ ਬਰਥ ਸਰਟੀਫਿਕੇਟ ਨਾਲ। ਜੇ ਬਾਈ ਚਾਂਸ ਬਰਥ ਸਰਟੀਫਿਕੇਟ ਨਹੀਂ ਹੈਗੇ, ਕਿਉਂਕਿ ਇੰਡੀਆ ਸਪੈਸ਼ਲੀ 1968 ਤੋਂ ਬਾਅਦ ਹੀ ਬਰਥ ਸਰਟੀਫਿਕੇਟ ਇਸ਼ੂ ਕਰਨ ਲੱਗੇ, ਉਸ ਲਈ ਫਿਰ ਤੁਹਾਨੂੰ ਐਡੀਸ਼ਨਲ ਐਵੀਡੈਂਸ ਚਾਹੀਦਾ, ਸੈਕੰਡਰੀ ਐਵੀਡੈਂਸ, ਸਕੂਲ ਰੈਕਰਡਸ, ਐਫੀਡੇਵਿਟਸ, ਫੋਟੋਗ੍ਰਾਫਸ, ਪ੍ਰੂਵ ਕਰਨ ਨੂੰ ਕਿ whoever you're sponsoring ਅਸਲ ਵਿੱਚ ਤੁਹਾਡੇ ਬ੍ਰਦਰ ਜਾਂ ਸਿਸਟਰ ਹੈਗੇ ਆ। ਰਾਈਟ। ਔਰ ਇੱਥੇ ਹੀ ਗੱਲ ਕਰ ਲਈਏ ਇਮੀਗ੍ਰੇਸ਼ਨ ਦੀ, ਤਾਂ ਜੇਕਰ ਤੁਹਾਡਾ ਫਿਆਂਸੀ ਜਿਹੜੇ ਨੇ ਉਹ ਇੰਡੀਆ ਤੋਂ ਨੇ, ਇੰਡੀਆ ਦੇ ਸਿਟੀਜ਼ਨ ਨੇ ਔਰ ਉਹਨਾਂ ਨੇ ਵਿਆਹ ਕਰਵਾਇਆ ਵਾ, ਤੇ ਉਹ ਕਿਸ ਤਰੀਕੇ ਨਾਲ ਇੱਥੇ ਗ੍ਰੀਨ ਕਾਰਡ ਹਾਸਿਲ ਕਰ ਸਕਦੇ ਆ, ਉਹ ਵੀ ਜਾਣਕਾਰੀ ਅਸੀਂ ਲੈ ਲੈਂਦੇ ਹਾਂ। ਕਈ ਸਾਰੇ ਈਮੇਲ ਜਿਹੜੀਆਂ ਉਹ ਬਕਾਇਦਾ ਤੌਰ ਤੇ ਸਾਨੂੰ ਆਉਂਦੀਆਂ ਹਨ ਔਰ ਮੈਂ ਚਾਹੁੰਦਾ ਕਿ ਇਹਦੇ ਉੱਤੇ ਵੀ ਚਾਨਣਾ ਪਾਇਆ ਜਾਏ। I'm sorry, ਤੁਸੀਂ ਫਿਆਂਸੀ ਕਿਹਾ ਸੀ? ਜੀ ਬਿਲਕੁਲ। yeah, so ਅਗਰ ਤੁਸੀਂ US ਸਿਟੀਜ਼ਨ ਦੇ ਨਾਲ ਤੁਸੀਂ ਮੈਰਿਜ ਕਰਦੇ ਹੋ, ਇੰਡੀਆ ਤੋਂ ਆਏ ਹੋ ਤੁਸੀਂ, ਸੋ ਨੈਕਸਟ ਸਟੈਪ ਉਹਦੇ ਵਿੱਚ ਤੁਹਾਨੂੰ 485 ਐਡਜਸਟਮੈਂਟ ਆਫ ਸਟੇਟਸ ਜਿਹੜਾ ਵਾ ਫਾਈਲ ਕਰਨਾ ਪਊਗਾ ਇੱਥੇ ਅਮਰੀਕਾ ਦੇ ਵਿੱਚ। ਐਂਡ ਉਹਦੇ ਨਾਲ ਹੀ ਤੁਸੀਂ ਫਾਈਲ ਕਰ ਸਕਦੇ ਹੋ ਟਰੈਵਲ ਡਾਕੂਮੈਂਟ ਲਈ, ਐਂਡ ਵਰਕ ਪਰਮਿਟ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਉਹਦੇ ਨਾਲ ਹੀ। ਐਂਡ ਸੋ ਇਸ ਟਾਈਮ ਥੋੜੀ ਵੇਟ ਚੱਲ ਰਹੀ ਆ। ਈਵਨ US ਸਿਟੀਜ਼ਨ ਦੀ ਵੀ, ਅਗਰ ਤੁਸੀਂ US ਸਿਟੀਜ਼ਨ ਨਾਲ ਵੀ ਮੈਰਿਜ ਕੀਤੀ ਆ ਫਿਰ ਵੀ ਕਾਫੀ ਬੈਕਲੌਗ ਚੱਲ ਰਿਹਾ ਵਾ USCIS ਦੇ ਵਿੱਚ। ਐਂਡ ਸੋ ਤੁਹਾਨੂੰ ਥੋੜੀ ਵੇਟ ਡੈਫੀਨਿਟਲੀ ਕਰਨੀ ਪਊਗੀ, ਬਟ ਉਹ ਤਿੰਨੇ ਚੀਜ਼ਾਂ ਤੁਸੀਂ ਇਕੱਠੀਆਂ ਅਪਲਾਈ ਕਰ ਸਕਦੇ ਹੋ ਮੈਰਿਜ ਤੋਂ ਬਾਅਦ। ਬਿਲकुल 9294605070 ਇਸ ਨੰਬਰ ਤੇ ਕਾਲ ਕਰਕੇ ਤੁਸੀਂ ਫ੍ਰੀ ਪਰਸਨ ਕੰਸਲਟੇਸ਼ਨ ਲੈ ਸਕਦੇ ਹੋ। ਫਿਲਹਾਲ ਇੱਕ ਬ੍ਰੇਕ ਲਈ ਇੱਥੇ ਰੁਕ ਰਹੇ ਹੋ, ਜਦ ਬ੍ਰੇਕ ਤੋਂ ਬਾਅਦ ਅਸੀਂ ਵਾਪਸ ਆਵਾਂਗੇ ਸਿੰਘ ਲਾਅ ਦੇ ਨਾਲ। ਇਸੇ ਤਰੀਕੇ ਨਾਲ ਅਸੀਂ ਆਪਣੇ ਪ੍ਰੋਗਰਾਮ ਨੂੰ ਜਾਰੀ ਰੱਖਾਂਗੇ ਔਰ ਦੱਸਾਂਗੇ ਕੀ ਹਨ ਤੁਹਾਡੇ ਲੀਗਲ ਮੈਟਰਸ ਔਰ ਕਿਵੇਂ ਸਿੰਘ ਲਾਅ ਨੂੰ ਕਰ ਸਕਦਾ ਪੂਰਾ। ਬ੍ਰੇਕ ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਲੈ ਕੇ ਚੱਲਦੇ ਹਾਂ ਸਿੱਧਾ ਅਟਾਰਨੀ ਰਮਨਦੀਪ, ਅਟਾਰਨੀ ਹਰਪ੍ਰੀਤ ਹੋਰਾਂ ਦੇ ਕੋਲ, ਔਰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਜੇਕਰ ਤੁਸੀਂ 2 ਸਾਲ ਪਹਿਲਾਂ ਇਸ ਕੰਟਰੀ ਦੇ ਵਿੱਚ ਆਏ ਸੀਗੇ
ਔਰ ਤੁਹਾਡਾ ਜਿਹੜਾ ਵੀਜ਼ਾ ਐਕਸਪਾਇਰਡ ਹੋ ਚੁੱਕਿਆ ਹੈ ਔਰ ਤੁਸੀਂ ਅਸਾਈਲਮ ਫਾਈਲ ਕਰਨਾ ਚਾਹੁੰਦੇ ਹੋ, ਕੀ ਸਿੰਘ ਐਂਡ ਸਿੰਘ ਲਾਅ ਤੁਹਾਨੂੰ ਹੈਲਪ ਕਰ ਸਕਦੀ ਹੈ, ਮਦਦ ਕਰ ਸਕਦੀ ਹੈ ਇਸ ਲੀਗਲ ਮੈਟਰ ਦੇ ਉੱਤੇ? ਚਾਨਣਾ ਪਾਉਂਦੇ ਆ ਅਟਰਨੀ ਹਰਪ੍ਰੀਤ ਹੋਰਾਂ ਦੇ ਕੋਲੋਂ ਜਾਣਨ ਦੀ ਕੋਸ਼ਿਸ਼ ਕਰਦੇ ਆ। ਹਾਂਜੀ, ਬੇਸਿਕਲੀ ਜੇ ਤੁਹਾਨੂੰ 2 ਸਾਲ ਹੋ ਗਏ ਆਏ ਨੂੰ ਤੇ ਤੁਸੀਂ ਅਸਾਈਲਮ ਅਪਲਾਈ ਨਹੀਂ ਕੀਤਾ, ਯੂਜੂਅਲੀ 1 ਈਅਰ ਦਾ ਲਿਮਿਟ ਹੁੰਦਾ ਜਦੋਂ ਤੁਸੀਂ ਐਂਟਰ ਕਰਦੇ US, but limited circumstances ਵਿੱਚ ਜੇ changed circumstances ਆ, ਮਤਲਬ ਕੋਈ ਨਵਾਂ ਡੇਂਜਰ ਆ ਤੁਹਾਨੂੰ ਤੁਹਾਡੇ ਜਿਹੜੀ ਨੇਟਿਵ ਕੰਟਰੀ ਆ ਜਿਹੜਾ ਨਹੀਂ ਪ੍ਰੈਜ਼ੈਂਟ ਸੀ ਜਦੋਂ ਤੁਸੀਂ ਕੰਟਰੀ ਨੂੰ ਐਂਟਰ ਕੀਤਾ, ਤੁਸੀਂ ਉਸ ਬੇਸ ਤੇ ਅਪਲਾਈ ਕਰ ਸਕਦੇ। ਪਰ ਜਿਹੜਾ ਯੂਜੂਅਲ ਰੂਲ ਆ ਕਿ ਯੂ ਹੈਵ ਟੂ ਅਪਲਾਈ ਫॉर ਅਸਾਈਲਮ ਵਿਦਿਨ 1 ਈਅਰ of entry into the US। ਬਿਲਕੁਲ। ਸੋ ਸਵਾਲ ਹੋਰ ਵੀ ਸਾਨੂੰ ਆਏ ਨੇ, ਉਹ ਸਵਾਲ ਵੀ ਅਸੀਂ ਅਟਰਨੀ ਰਮਨਦੀਪ ਹੋਰਾਂ ਤੋਂ ਲੈ ਲੈਂਦੇ ਹਾਂ। ਜਿਹੜਾ ਸਾਡੇ ਨੈਕਸਟ ਵਿਊਅਰ ਨੇ, ਦੇ ਵਾਂਟ ਟੂ ਨੋ ਇਫ देयर इज एनी वे टू पोस्टपोन एन इंडिविजुअल हियरिंग in his case because he doesn't have all his documents ready। ਜੀ ਸੋ ਬੇਸਿਕਲੀ ਥੋੜੀ ਟ੍ਰਿਕੀ ਸਿਚੁਏਸ਼ਨ ਹੋ ਜਾਂਦੀ ਹੈ ਅਗਰ ਤੁਸੀਂ ਕੁਐਸਚਨ ਦੇ ਮੁਤਾਬਿਕ ਚੱਲੋ, ਬਿਕਾਜ਼ ਇੰਡੀਵਿਜੂਅਲ ਹੀਅਰਿੰਗ ਕਾਫੀ ਦੇਰ ਬਾਅਦ ਆਉਂਦੀ ਆ ਅਸਾਈਲਮ ਕੇਸ ਦੇ ਵਿੱਚ। ਸਮਟਾਈਮਸ 2-3 ਸਾਲ ਬਾਅਦ ਤੁਹਾਡੀ ਸਕੈਜੂਅਲ ਜਿਹੜੀ ਹੀਅਰਿੰਗ ਹੁੰਦੀ ਆ। ਸੋ ਹੋਪਫੁਲੀ ਉਸ ਟਾਈਮ ਤੱਕ ਯੂ ਸ਼ੁੱਡ ਹੈਵ ਆਲ ਦ ਡਾਕੂਮੈਂਟਸ ਰੈਡੀ ਹੋਣੇ ਚਾਹੀਦੇ ਆ, ਸਬਮਿਟ ਕੀਤੇ ਹੋਣੇ ਚਾਹੀਦੇ ਆ। ਯੂਜੂਅਲੀ 30 ਡੇ ਡੈਡਲਾਈਨ ਹੁੰਦੀ ਆ ਹੀਅਰਿੰਗ ਤੋਂ ਪਹਿਲਾਂ ਤੁਸੀਂ ਸਬਮਿਟ ਕਰਨੇ ਹੁੰਦੇ ਸਾਰੇ। ਅਗਰ ਤੁਹਾਨੂੰ ਕਿਸੇ ਵੀ ਰੀਜ਼ਨ ਲਈ ਉਸ ਟਾਈਮ ਤੇ ਤੁਸੀਂ ਪੋਸਟਪੋਨ ਕਰਨਾ ਚਾਹੁੰਦੇ ਹੋ ਇੰਡੀਵਿਜੂਅਲ ਹੀਅਰਿੰਗ, ਤੇ ਫਿਰ ਇੱਕ ਮੋਸ਼ਨ ਫਾਈਲ ਕਰਨਾ ਪੈਂਦਾ ਵਾ, ਐਂਡ ਮੋਸ਼ਨ ਟੂ ਕੰਟੀਨਿਊ ਜਿਹਨੂੰ ਕਹਿੰਦੇ ਆ, ਐਂਡ ਉਹ ਜੱਜ ਦਾ ਡਿਸਕ੍ਰੈਸ਼ਨ ਹੁੰਦਾ ਅਗਰ ਜੱਜ ਗ੍ਰੈਂਟ ਕਰਨਾ ਚਾਹੂਗਾ ਜਾਂ ਨਹੀਂ। ਤੁਹਾਨੂੰ ਕੋਈ ਵਧੀਆ ਰੀਜ਼ਨ ਦੇਣਾ ਪੈਂਦਾ ਵਾ ਜੱਜ ਨੂੰ ਕੰਟੀਨਿਊ ਕਰਨ ਲਈ, ਐਂਡ ਜਿਹੜੀ DHS ਆ ਉਹਨੂੰ ਅਪੋਜ਼ ਵੀ ਕਰ ਸਕਦੀ ਹੈ ਮੋਸ਼ਨ ਨੂੰ। ਸੋ ਇਹ ਕੋਈ ਗਾਰੰਟੀ ਨਹੀਂ ਕਿ ਤੁਸੀਂ ਕੰਟੀਨਿਊਐਂਸ ਤੁਹਾਡਾ ਗ੍ਰੈਂਟ ਹੋ ਜਾਊਗਾ। ਯੂ ਹੈਵ ਟੂ ਗਿਵ ਕੰਪੈਲਿੰਗ ਰੀਜ਼ਨ ਦੇਣਾ ਪੈਂਦਾ ਵਾ, ਕਿਉਂਕਿ ਬੇਸਿਕਲੀ ਅਗਰ ਤੁਸੀਂ ਟਰਾਇਲ ਸਮਝੋ ਤੇ ਟਰਾਇਲ ਦੀ ਡੇਟ ਹੈ ਜਿਹੜੀ ਇੰਡੀਵਿਜੂਅਲ ਹੀਅਰਿੰਗ ਡੇਟ ਹੈ। ਸੋ ਐਂਡ ਤੇ ਬਿਲਕੁਲ ਕੇਸ ਆਇਆ ਹੋਇਆ ਐਂਡ ਤੁਸੀਂ ਜੱਜ ਨੂੰ ਕਹਿ ਰਹੇ ਹੋ ਕਿ ਅਸੀਂ ਕੰਟੀਨਿਊ ਕਰਨਾ ਚਾਹੁੰਦੇ ਹਾਂ, ਸੋ ਕੋਈ ਵਧੀਆ ਰੀਜ਼ਨ ਦੇਣਾ ਪਏਗਾ। ਐਂਡ ਯੂਜੂਅਲੀ ਇਹ ਮੋਸ਼ਨ ਤੁਸੀਂ ਜਿੰਨੀ ਜਲਦੀ ਤੁਸੀਂ ਫਾਈਲ ਕਰ ਸਕਦੇ ਹੋ ਤੁਹਾਡੀ ਇੰਡੀਵਿਜੂਅਲ ਹੀਅਰਿੰਗ ਡੇਟ ਤੋਂ ਪਹਿਲਾਂ ਉਹਨੇ ਤੈਨੂੰ अर्ਲੀ ਫਾਈਲ ਕਰਨਾ ਚਾਹੀਦਾ ਵਾ, ਕਿਉਂਕਿ ਕੋਈ ਗਾਰੰਟੀ ਨਹੀਂ ਕਿ ਗ੍ਰੈਂਟ ਹੋ ਜਾਊਗਾ। ਠੀਕ ਹੈ ਜੀ। And our next viewer is getting married to a US citizen, but I have 2 kids under 18 from previous marriage. Can the children get a green card also? ਹਾਂਜੀ, if the kids are ਜੇ ਬੱਚੇ 18 ਤੋਂ ਥੱਲੇ ਆ and you get married, so ਉਹ step children ਗਿਣੇ ਜਾਓਗੇ US citizen ਦੇ, ਤੇ they can also be considered on a green card petition as well। Okay, ਅਟਰਨੀ ਰਮਨਦੀਪ ਮੈਂ ਤੁਹਾਡੇ ਤੋਂ ਜ਼ਰੂਰ ਜਾਣਨਾ ਚਾਹੁੰਦਾ ਕਿ ਜਿਹੜੀ ਹੁਣ ਲੀਗਲ ਮੈਟਰਸ ਦੇ ਨਾਲ ਗੱਲ ਕਰੀਏ ਤੇ ਰੀਅਲ ਐਸਟੇਟ ਟ੍ਰਾਂਜੈਕਸ਼ਨ ਵੀ ਜਿਹੜੀ ਬਕਾਇਦਾ ਤੁਸੀਂ ਕਰਦੇ ਹੋ, ਜਿਹੜੇ ਫਰਸਟ ਟਾਈਮ ਹੋਮ ਬਾਇਰਸ ਨੇ ਉਹਨਾਂ ਲਈ ਕੀ ਐਡਵਾਈਸ ਹੋਏਗੀ ਤੁਹਾਡੇ? ਫਰਸਟ ਟਾਈਮ ਹੋਮ ਬਾਇਰਸ ਕਿ ਉਹਨਾਂ ਨੂੰ they have to make sure ਕਿ ਜਿਹੜਾ ਉਹਨਾਂ ਦਾ mortgage lender ਆ, you know, they get the best rates, make sure ਕਰਨ ਕਿ ਉਹ ਜਿਹੜੇ inspection ਕਰਦੀ thoroughly ਕਰਨ, ਕਿਉਂਕਿ sometimes conditions ਹੁੰਦੇ ਆ ਜਿਹੜੇ ਵਿਜ਼ੂਅਲ ਨਹੀਂ ਹੁੰਦੇ ਆ, ਪਰ ਜਦੋਂ ਤੁਸੀਂ ਕੋਈ ਪ੍ਰੋਫੈਸ਼ਨਲ ਇੰਸਪੈਕਟਰ ਜਾਂਦਾ, ਬਲੈਕ ਮੋਡ ਹੋ ਸਕਦਾ, ਆਇਲ ਟੈਂਕ ਪ੍ਰੋਪਰਟੀ ਤੇ ਹੋ ਸਕਦਾ, ਉਹਦਾ ਮੇਕ ਸ਼ੋਰ ਕਰ ਸਕਦੇ ਆ। ਬਾਕੀ ਟਾਈਟਲ ਦਾ ਮੇਕ ਸ਼ੋਰ ਕਰਨਾ ਕਿ ਕੋਈ ਇਸ਼ੂ ਨਹੀਂ ਹੈਗੀ, ਕੋਈ ਪੈਂਡਿੰਗ ਲਾਅ ਸੂਟ ਨਹੀਂ ਹੈਗਾ ਸੈਲਰ ਦੇ ਅਗੇਂਸਟ, ਕੋਈ ਓਪਨ ਪਰਮਿਟਸ ਨਹੀਂ ਹੈਗੇ। ਸੋ 2-3 ਚੀਜ਼ਾਂ ਦਾ ਜ਼ਰੂਰ ਧਿਆਨ। ਨੰਬਰ 1 is inspection, ਨੰਬਰ 2 ਕਿ ਜਿਹੜਾ ਤੁਸੀਂ mortgage ਲੈ ਰਹੇ ਆ it's you're getting the best rate, and 3 ਕੋਈ ਵੀ ਟਾਈਟਲ ਇਸ਼ੂ ਉਹਦੇ ਮੇਕ ਸ਼ੋਰ ਕਰਨਾ ਕਿ ਤੁਹਾਨੂੰ ਕਲੀਨ ਟਾਈਟਲ ਮਿਲ ਰਹੀ ਹੈ। ਅਟਰਨੀ ਰਮਨਦੀਪ ਜਾਂਦੇ ਕੀ ਐਡਵਾਈਸ ਕਰਨਾ ਚਾਹੋਗੇ? ਆਈ ਥਿੰਕ ਇੱਕ ਬਹੁਤ ਜ਼ਰੂਰੀ ਗੱਲ ਆ ਕਿ ਆਪਣੀ ਤੁਸੀਂ ਡਿਪੋਜ਼ਿਟ ਦੇਣ ਤੋਂ ਪਹਿਲਾਂ ਆਪਣੀ ਫਾਈਨੈਂਸ਼ੀਅਲ ਜਿਹੜੀ ਸਿਚੁਏਸ਼ਨ ਆ ਉਹਨੂੰ ਡੈਫੀਨਿਟਲੀ ਅਸੈਸ ਕਰੋ, ਕਿਉਂਕਿ ਵਨਸ ਤੁਸੀਂ ਡਿਪੋਜ਼ਿਟ ਦੇ ਦਿੱਤਾ then there's always a risk ਕਿ ਤੁਹਾਡਾ ਡਿਪੋਜ਼ਿਟ ਸਟੇਕ ਤੇ ਆ। ਸੋ ਡੈਫੀਨਿਟਲੀ ਵੈਲਿਊਏਟ ਕਰੋ। ਅਗਰ ਤੁਸੀਂ $1 ਮਿਲੀਅਨ ਦਾ ਘਰ ਲੈਣਾ ਵਾ ਕਿ ਤੁਸੀਂ ਕੁਆਲੀਫਾਈ ਕਰ ਸਕਦੇ ਹੋ, ਤੁਹਾਡੀ ਇਨਕਮ ਉਹਨੂੰ ਸਪੋਰਟ ਕਰ ਸਕਦੀ ਹੈ। ਬਿਲਕੁਲ। 9294605070 ਤੁਹਾਡੇ ਸਾਰੇ ਲੀਗਲ ਮੈਟਰਸ ਨੂੰ ਰਿਜ਼ੋਲਵ ਕਰਨ ਦੇ ਲਈ ਨੰਬਰ ਹੈਗਾ ਫॉर ਫ੍ਰੀ ਪਰਸਨ ਕੰਸਲਟੇਸ਼ਨ।
ਕਾਲ ਅਟਰਨੀ ਹਰਪ੍ਰੀਤ, ਕਾਲ ਅਟਰਨੀ ਰਮਨਦੀਪ, ਉਹਨਾਂ ਨੂੰ ਦੱਸੋ ਕਿ ਜਸ ਪੰਜਾਬੀ ਦੇ ਉੱਤੇ ਸ਼ੋਅ ਵੇਖਿਆ ਤੇ ਤੁਹਾਡਾ ਸਪੈਸ਼ਲ ਬਕਾਇਦਾ ਤੌਰ ਤੇ ਧਿਆਨ ਰੱਖਿਆ ਜਾਏਗਾ। ਜੇਕਰ ਤੁਸੀਂ ਅਸਾਈਲਮ ਫਾਈਲ ਕਰਨਾ ਚਾਹੁੰਦੇ ਹੋ, ਮੈਰਿਜ ਪਟੀਸ਼ਨ ਲਈ ਤੁਸੀਂ ਗੱਲ ਕਰਨਾ ਚਾਹੁੰਦੇ ਹੋ, ਆਪਣੀ ਫਿਆਂਸੀ ਵੀਜ਼ਾ ਲਈ ਗੱਲ ਕਰਨਾ ਚਾਹੁੰਦੇ ਹੋ, ਯੂ ਵੀਜ਼ਾ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ, ਤੁਹਾਡੇ ਸਟੋਰ ਦੇ ਵਿੱਚ ਰੌਬਰੀ ਹੋ ਗਈ ਔਰ ਕੀ ਤੁਹਾਨੂੰ ਸਰਕਾਰ ਗ੍ਰੀਨ ਕਾਰਡ ਦਿੰਦੀ ਹੈ ਕਿ ਨਹੀਂ ਦੀ, ਉਹਨੂੰ ਯੂ ਵੀਜ਼ੇ ਦੇ ਤਹਿਤ ਤੁਸੀਂ ਜਾਣਨਾ ਚਾਹੁੰਦੇ ਹੋ, H1B ਬਾਰੇ ਜਾਣਨਾ ਚਾਹੁੰਦੇ ਹੋ, F1 ਬਾਰੇ ਜਾਣਨਾ ਚਾਹੁੰਦੇ ਹੋ, ਜਾਂ ਫਿਰ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਕਿਵੇਂ ਅਸਾਈਲਮ ਦੇ ਰਾਹੀਂ ਤੁਸੀਂ ਆਪਣਾ ਗ੍ਰੀਨ ਕਾਰਡ ਹਾਸਿਲ ਕਰ ਸਕਦੇ ਹੋ, ਵਰਕ ਪਰਮਿਟ ਕਦ ਆਉਂਦਾ, ਸੋਸ਼ਲ ਸਿਕਿਉਰਿਟੀ ਕਦ ਆਉਂਦੀ ਹੈ, ਤੇ ਜਾਂ ਫਿਰ ਤੁਸੀਂ ਆਪਣੇ ਮਦਰ ਫਾਦਰ ਬ੍ਰਦਰ ਸਿਸਟਰ ਨੂੰ ਬਲੱਡ ਰਿਲੇਸ਼ਨ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਜਾਂ ਫਿਰ ਤੁਸੀਂ ਸਟੂਡੈਂਟ ਕੈਟਾਗਰੀ ਦੇ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ, EB5 ਕਿਵੇਂ ਹੁੰਦਾ, ਇਨਵੈਸਟਰ ਵੀਜ਼ਾ ਕੀ ਹੁੰਦਾ, ਉਹਦੇ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ, ਤੇ ਜਿਹਦੇ ਬਾਰੇ ਵੀ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ 9294605070 ਤੇ ਤੁਸੀਂ ਕਾਲ ਕਰ ਸਕਦੇ ਹੋ। ਲੱਗਦਾ ਕਿ ਇੰਨੇ ਸਾਰੇ ਵੀਜ਼ਿਆਂ ਬਾਰੇ ਮੈਨੂੰ ਵੀ ਜਾਣਕਾਰੀ ਹੋ ਗਈ ਹੈ, ਅੱਧਾ ਵਕੀਲ ਤੇ ਮੈਂ ਵੀ ਬਣ ਗਿਆ। ਤੇ ਜੇਕਰ ਤੁਸੀਂ ਹਜੇ ਤੱਕ ਫੋਨ ਨਹੀਂ ਕੀਤਾ ਸਿੰਘ ਐਂਡ ਸਿੰਘ ਲਾਅ ਨੂੰ, ਤਾਂ ਤੁਸੀਂ ਉਹਨਾਂ ਨੂੰ ਕਾਲ ਕਰ ਸਕਦੇ ਹੋ ਔਰ ਕਾਲ ਕਰਕੇ ਆਪਣੀ ਜਿਹੜੀ ਸਮੱਸਿਆ ਹੈਗੀ ਆ ਦੱਸ ਸਕਦੇ ਹੋ। ਭਾਵੇਂ ਤੁਹਾਡੀ ਕ੍ਰਿਮੀਨਲ ਲਾਅ ਦਾ ਕੋਈ ਤੁਹਾਡੇ ਤੋਂ ਅਫੈਂਸ ਹੋ ਗਿਆ, ਉਹਦੇ ਬਾਰੇ ਜਾਣਕਾਰੀ ਲੈਣੀ ਹੈ, ਰੀਅਲ ਏਸਟੇਟ ਟ੍ਰਾਂਜੈਕਸ਼ਨ ਬਾਰੇ ਜਾਣਕਾਰੀ ਲੈਣੀ ਹੈ, ਜਾਂ ਯੂ ਲੁਕਿੰਗ ਫॉर योर corporate law, you're looking for your immigration, any kind of legal matter, there is one number 9294605070. They will pick your call and they will tell you and they will give you the legal advice, and definitely they will try to resolve your problem and they will make sure ਜਿਹੜੀ ਤੁਹਾਡੀ ਪ੍ਰੋਬਲਮ ਆਈ ਹੋਈ ਹੈ ਉਹਦਾ ਨਿਪਟਾਰਾ ਕੀਤਾ ਜਾ ਸਕੇ ਤੇ ਨਾਲ ਹੀ ਤੁਹਾਨੂੰ ਜਿਹੜਾ ਗ੍ਰੀਨ ਕਾਰਡ ਹੈ ਉਹ ਦਵਾਇਆ ਜਾ ਸਕੇ। ਮੈਂ ਸੀਗਾ ਹਰਕੀਰਤ ਸਿੰਘ ਆਲੂਵਾਲੀਆ, ਅਟਰਨੀ ਹਰਪ੍ਰੀਤ ਸਿੰਘ, ਅਟਰਨੀ ਰਮਨਦੀਪ ਹੋਰਾਂ ਦੇ ਨਾਲ, ਲੀਗਲ ਮੈਟਰਸ ਵਿਦ ਸਿੰਘ ਐਂਡ ਸਿੰਘ ਲਾਅ PLLC। ਧੰਨਵਾਦ, ਸਤਿ